Attention Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 504 ਅੰਗ ਦੇ ਉੱਪਰ ਦੋ ਸ਼ਬਦ ਵਿਰਾਜਮਾਨ ਹਨ। ਉਹਨਾਂ ਦੇ ਵਿੱਚੋਂ ਪਹਿਲੇ ਸ਼ਬਦ ਦੀ ਵਿਆਖਿਆ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤੀ ਤੇ ਦੂਸਰੇ ਸ਼ਬਦ ਦੀ ਵਿਆਖਿਆ ਇਸ ਵੀਡੀਓ ਦੇ ਵਿੱਚ ਕਰਦੇ ਹਾਂ। ਗੁਜਰੀ ਮਹਿਲਾ ਪਹਿਲਾ। ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਨਾਗਤ ਹਰ ਕੇ ਲੋਗ, ਨਾਮ ਰਤੇ ਕੇਵਲ ਬੈਰਾਗੀ, ਸੋਜ ਬਿਜੋਗ ਵਿਸਰਜਿਤ ਰੋਗ। ਮਨੁੱਖੀ ਸਮਾਜ ਦੇ ਵਿੱਚ, ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ, ਉੱਚੀ ਨੀਵੀਂ ਤੇ ਮੱਧ ਵਰਗ ਜਾਤ ਦਾ ਬੜਾ ਬੋਲਬਾਲਾ ਹੈ, ਅੱਜ ਵੀ ਹੈ, ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਆਧੁਨਿਕ ਸਮਿਆਂ ਦੇ ਵਿੱਚ ਆ ਕੇ ਵੀ ਇਹ ਬੋਲਬਾਲਾ ਕਾਇਮ ਹੈ। ਜੋ ਉੱਚੀਆਂ ਜਾਤਾਂ ਵਾਲੇ ਨੇ ਉਹ ਆਪਣੇ ਆਪ ਨੂੰ ਬੜਾ ਉੱਚਾ ਸਮਝਦੇ ਨੇ, ਆਪਣੀ ਉੱਚੀ ਜਾਤ ਦੇ ਉੱਪਰ ਮਾਣ ਕਰਦੇ ਨੇ। ਜਿਹੜੇ ਨੀਵੀਆਂ ਜਾਤਾਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਥੋੜ੍ਹੇ ਡਰ ਦੇ ਵਿੱਚ ਰਹਿੰਦੇ ਨੇ, ਸਹਿਮ ਦੇ ਵਿੱਚ ਰਹਿੰਦੇ ਨੇ। ਜੋ ਮੱਧ ਵਰਗੀ ਨੇ ਉਹ ਵਿੱਚ ਵਿਚਾਲੇ ਨੇ। ਉਹਨਾਂ ਦੇ ਮਾਮਲੇ 'ਚ ਉਹਨਾਂ ਦੀ ਆਰਥਿਕ ਹਾਲਤ ਕਾਫੀ ਕੁਝ ਨਿਰਧਾਰਤ ਕਰਦੀ ਹੈ ਕਿ ਉਹਨਾਂ ਨੇ ਸਹਿਮ 'ਚ ਰਹਿਣਾ ਜਾਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਨਾ। ਇਹ ਵੀ ਗੱਲ ਹੈ ਕਿ ਇੱਕ ਤੇ ਜਾਤਾਂ ਵਰਨਾਂ ਜਿਹੜੀਆਂ ਨੇ ਉਹ ਜਨਮ ਆਧਾਰਿਤ ਚੱਲੀਆਂ ਆ ਰਹੀਆਂ, ਪਰਮਾਤਮਾ ਵੱਲੋਂ ਤੇ ਨਹੀਂ ਬਣਾਈਆਂ ਗਈਆਂ, ਮਨੁੱਖ ਵੱਲੋਂ ਬਣਾਈਆਂ ਗਈਆਂ। ਪਰ ਅਸੀਂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਕਿ ਮਨੁੱਖ ਨੂੰ ਇਹ ਵਿਚਾਰ ਦੇਣ ਵਾਲਾ ਵੀ ਪਰਮਾਤਮਾ ਹੀ ਹੈ। ਪਰ ਇੱਕ ਤੇ ਉਹ ਜਾਤਾਂ ਨੇ ਜਿਹੜੀਆਂ ਜਨਮ ਤੋਂ ਚੱਲੀਆਂ ਆ ਰਹੀਆਂ ਕਿ ਜਨਮ ਜਿਸ ਜਾਤੀ ਦੇ ਵਿੱਚ ਲੈ ਲਿਆ ਕਿ ਤੇਰੀ ਉਹ ਜਾਤ ਹੈ। ਅਜੋਕੇ ਸਮੇਂ ਦੇ ਵਿੱਚ ਆਰਥਿਕ ਹਾਲਤ ਦੇ ਆਧਾਰ 'ਤੇ ਵੀ ਇੱਕ ਕਿਸਮ ਦੀ ਵੰਡ ਜਿਹੜੀ ਹੈ ਲੋਕਾਂ ਦੇ ਵਿੱਚ ਪਈ ਹੋਈ ਹੈ। ਕੋਈ ਗਰੀਬ ਹੈ ਉਹ ਡਰ ਦੇ ਵਿੱਚ ਰਹਿੰਦਾ ਹੈ, ਜਿਹੜਾ ਅਮੀਰ ਹੈ ਉਹ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ, ਦੂਜਿਆਂ ਦੇ ਉੱਪਰ ਧੌਂਸ ਜਮਾਉਣ ਨੂੰ ਆਪਦਾ ਹੱਕ ਸਮਝਦਾ। ਪਰ ਜੋ ਮਨੁੱਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਿਆ ਉਹ ਇਸ ਚੱਕਰ 'ਚੋਂ ਨਿਕਲ ਜਾਂਦਾ ਹੈ। ਉਹ ਜਨਮ ਆਧਾਰਿਤ ਜਾਤਾਂ ਵਾਲੇ ਚੱਕਰ 'ਚੋਂ ਵੀ ਨਿਕਲ ਜਾਂਦਾ ਹੈ ਤੇ ਉਹ ਆਰਥਿਕ ਹਾਲਤ 'ਤੇ ਆਧਾਰਿਤ ਵੰਡ ਦੇ ਚੱਕਰਾਂ 'ਚੋਂ ਵੀ ਨਿਕਲ ਜਾਂਦਾ। ਗੁਰੂ ਸਾਹਿਬ ਕਹਿੰਦੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਕਿ ਨਾ ਤੇ ਉਹਨਾਂ ਲੋਕਾਂ ਨੂੰ ਜੋ ਪਰਮਾਤਮਾ ਦੀ ਸ਼ਰਨ ਆ ਗਏ, ਨਾ ਉਹਨਾਂ ਨੂੰ ਉੱਚੀ ਕੁੱਲ ਦਾ, ਉੱਚੀ ਜਾਤ ਦਾ ਕੋਈ ਮਾਣ ਹੁੰਦਾ ਹੈ, ਜਾਂ ਮੱਧ ਵਰਗੀ ਹੋਣ ਦਾ ਨਾ ਹੀ ਤਾਂ ਉਹਨਾਂ ਨੂੰ ਕੋਈ ਮਾਣ ਹੁੰਦਾ ਹੈ ਤੇ ਨਾ ਹੀ ਨੀਵੇਂ ਹੋਣ ਦਾ ਉਹਨਾਂ ਨੂੰ ਕੋਈ ਡਰ ਹੁੰਦਾ। ਨਾਮ ਰਤੇ ਕੇਵਲ ਬੈਰਾਗੀ, ਸੋਜ ਬਿਜੋਗ ਵਿਸਰਜਿਤ ਰੋਗ। ਉਹ ਤੇ ਸਿਰਫ ਉਸ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਚਿੰਤਾ ਵਿਛੋੜਾ ਰੋਗ ਆਦਿਕ ਉਹ ਸਭ ਕੁਝ ਭੁਲਾ ਚੁੱਕੇ ਹੁੰਦੇ ਨੇ। ਊਚ ਨੀਚ ਵਾਲੇ ਇਸ ਵਰਤਾਰੇ ਤੋਂ ਉਹ ਬੈਰਾਗੀ ਹੋ ਚੁੱਕੇ ਹੁੰਦੇ ਨੇ, ਨਿਰਮੋਹ ਹੋ ਚੁੱਕੇ ਹੁੰਦੇ ਨੇ। ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ। ਹੇ ਭਾਈ, ਪਰਮਾਤਮਾ ਦੀ ਭਗਤੀ ਗੁਰੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ। ਉਸ ਦੇ ਜਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜਿਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉੱਤੇ ਕੋਈ ਜ਼ੋਰ ਪੈ ਸਕੇ। ਪਿਛਲੀ ਵੀਡੀਓ ਦੇ ਵਿੱਚ ਆਪਾਂ ਆਤਮਿਕ ਮੌਤ ਤੇ ਆਤਮਿਕ ਜੀਵਨ ਦੇ ਬਾਰੇ 'ਚ ਗੱਲ ਕੀਤੀ। ਇੱਥੇ ਜਮਰਾਜ ਦੇ ਜ਼ੋਰ ਪੈਣ ਦੀ ਜੋ ਗੱਲ ਹੈ ਉਹ ਆਤਮਿਕ ਜੀਵਨ ਦੇ ਉੱਪਰ ਹੈ, ਸਰੀਰਕ ਜੀਵਨ ਦੇ ਉੱਪਰ ਨਹੀਂ। ਕਿਉਂਕਿ ਸਰੀਰਕ ਜੀਵਨ ਦੇ ਉੱਪਰ ਤੇ ਜਮਰਾਜ ਨੇ ਇੱਕ ਦਿਨ ਆਪਣਾ ਜ਼ੋਰ ਚਲਾ ਹੀ ਲੈਣਾ ਹੈ। ਬੇਸ਼ੱਕ ਅਸੀਂ ਕਿੰਨੇ ਵੀ ਪਰਮਾਤਮਾ ਦੇ ਵੱਡੇ ਭਗਤ ਕਿਉਂ ਨਾ ਹੋਈਏ। ਉਦਾਹਰਨਾਂ ਭੂਤਕਾਲ ਦੇ ਵਿੱਚ ਸਾਨੂੰ ਮਿਲ ਜਾਂਦੀਆਂ ਨੇ, ਪਾਸਟ ਦੇ ਵਿੱਚ ਮਿਲ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂ ਸਾਹਿਬਾਨ, ਭਗਤ ਸਾਹਿਬਾਨ ਉਸ ਪ੍ਰਭੂ ਦੇ ਬਹੁਤ ਭਗਤ ਸਨ। ਪਰਮਾਤਮਾ ਦੇ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਸੀ, ਪਰ ਸਰੀਰਕ ਤੌਰ 'ਤੇ ਆਪਣੇ ਆਪ ਨੂੰ ਅਮਰ ਨਹੀਂ ਕਰ ਸਕੇ। ਜਮਰਾਜ ਦਾ ਜ਼ੋਰ ਉਹਨਾਂ ਦੇ ਸਰੀਰ ਦੇ ਉੱਪਰ ਤੇ ਜ਼ਰੂਰ ਚੱਲ ਸਕਿਆ, ਪਰ ਉਹਨਾਂ ਦੇ ਜਿਉਂਦੇ ਜੀ, ਉਹਨਾਂ ਦੀ ਆਤਮਾ ਦੇ ਉੱਪਰ, ਉਹਨਾਂ ਦੇ ਆਤਮਿਕ ਜੀਵਨ ਦੇ ਉੱਪਰ ਜਮਰਾਜ ਕੋਈ ਜ਼ੋਰ ਨਹੀਂ ਚਲਾ ਸਕਿਆ। ਹਰ ਗੁਣ ਰਸਨ ਰਵੈ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ,
ਬਿਨ ਹਰ ਨਾਮ ਬਿਰਥਾ ਜਗ ਜੀਵਨ, ਹਰ ਬਿਨ ਨਿਹਫਲ ਮੇਕ ਘਰੀ। ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਆਪਣੀ ਜੀਵ ਦੇ ਰਾਹੀਂ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ, ਉਹਨਾਂ ਦੇ ਅੰਦਰ ਇੱਕ ਗੱਲ ਨਿਸ਼ਚਾ ਕਰ ਜਾਂਦੀ ਹੈ, ਜੋ ਤਿਸ ਭਾਵੈ ਸਹਿਜ ਹਰੀ, ਕਿ ਜਗਤ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਸਹਿਜੇ ਹੀ ਉਹ ਵਰਤਦਾ ਹੈ ਜੋ ਉਸ ਪ੍ਰਮਾਤਮਾ ਨੂੰ ਭਾਉਂਦਾ ਹੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਗਤ ਵਿੱਚ ਜਿਉਣਾ ਉਹਨਾਂ ਨੂੰ ਵਿਅਰਥ ਦਿਸਦਾ ਹੈ। ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਉਹਨਾਂ ਨੂੰ ਇੱਕ ਵੀ ਘੜੀ ਨਿਸਫਲ ਜਾਪਦੀ ਹੈ। ਹਰ ਬਿਨ ਨਿਹਫਲ ਮੇਕ ਘਰੀ, ਮੇਕ ਤੋਂ ਭਾਵ ਇੱਕ ਵੀ। ਐ ਜੀ ਖੋਟੇ ਠੌਰ ਨਾਹੀ ਘਰ, ਬਾਹਰ ਨਿੰਦਕ ਗਤ ਨਹੀਂ ਕਾਈ। ਰੋਸ ਕਰੈ ਪ੍ਰਭ ਬਖਸ਼ ਨ ਮਿਟੈ, ਨਿਤ ਨਿਤ ਚੜ੍ਹੈ ਸਵਾਈ। ਹੇ ਭਾਈ, ਜਿਹੜਾ ਮਨੁੱਖ ਪ੍ਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿੱਚ ਖੋਟ ਰੱਖਦਾ ਹੈ, ਜਿਹੜਾ ਉਹਨਾਂ ਦੀ ਨਿੰਦਾ ਕਰਦਾ ਹੈ, ਉਸ ਨੂੰ ਨਾ ਘਰ ਵਿੱਚ ਨਾ ਬਾਹਰ ਕਿਤੇ ਵੀ ਆਤਮਿਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ, ਕਿਉਂਕਿ ਉਸ ਦੀ ਆਪਣੀ ਆਤਮਿਕ ਅਵਸਥਾ ਠੀਕ ਨਹੀਂ ਹੈ। ਜੋ ਖੋਟ ਰੱਖਦਾ ਹੈ, ਜੋ ਨਿੰਦਕ ਹੈ, ਉਹਦੀ ਆਤਮਿਕ ਅਵਸਥਾ ਨਾ ਪੱਖੀ ਵਿਚਾਰਾਂ ਦੇ ਨਾਲ, ਨੈਗੇਟਿਵ ਥਾਟਸ ਦੇ ਨਾਲ ਭਰੀ ਪਈ ਹੁੰਦੀ ਹੈ। ਉਹਦੇ ਮਨ ਵਿੱਚ ਸਦਾ ਹੀ ਦੂਸਰਿਆਂ ਪ੍ਰਤੀ ਈਰਖਾ ਚੱਲਦੀ ਰਹਿੰਦੀ ਹੈ। ਉਹ ਆਪਣੇ ਜੀਵਨ ਵੱਲ ਤੇ ਝਾਤੀ ਮਾਰਦਾ ਹੀ ਨਹੀਂ, ਬਹੁਤਾ ਕਰਕੇ ਤੇ ਉਹਦਾ ਧਿਆਨ ਦੂਸਰਿਆਂ ਦੇ ਜੀਵਨ ਵੱਲ ਹੀ ਲੱਗਿਆ ਰਹਿੰਦਾ, ਜਿਨ੍ਹਾਂ ਦੀ ਉਹਨੇ ਨਿੰਦਾ ਕਰਨੀ ਹੈ, ਜਿਨ੍ਹਾਂ ਦੇ ਪ੍ਰਤੀ ਆਪਣੇ ਮਨ ਵਿੱਚ ਉਹਨੇ ਖੋਟ ਪਾਲੀ ਹੋਈ। ਤੇ ਇਸੇ ਕਰਕੇ ਉਹਦੀ ਆਤਮਿਕ ਅਵਸਥਾ ਦਾ, ਉਹਦੀ ਮਾਨਸਿਕ ਅਵਸਥਾ ਦਾ ਕੋਈ ਟਿਕਾਣਾ ਨਹੀਂ ਹੁੰਦਾ। ਉਹਦੇ ਅੰਦਰ ਖਿੜਾਓ ਨਹੀਂ ਹੁੰਦਾ, ਉਹ ਅੰਦਰੋਂ ਬੁਝਿਆ ਬੁਝਿਆ ਹੀ ਰਹੇਗਾ, ਆਨੰਦ ਦਾ ਅਨੁਭਵ ਨਹੀਂ ਕਰ ਪਾਵੇਗਾ। ਐ ਜੀ ਖੋਟੇ ਠੌਰ ਨਾਹੀ, ਘਰ ਬਾਹਰ ਨਿੰਦਕ ਗਤ ਨਹੀਂ ਕਾਈ। ਰੋਸ ਕਰੈ ਪ੍ਰਭ ਬਖਸ਼ ਨਾ ਮਿਟੈ, ਨਿਤ ਨਿਤ ਚੜ੍ਹੈ ਸਵਾਈ। ਪਰਮਾਤਮਾ ਆਪਣੇ ਭਗਤਾਂ ਉੱਤੇ ਸਦਾ ਬਖਸ਼ਿਸ਼ਾਂ ਕਰਦਾ ਹੈ। ਜੇ ਨਿੰਦਕ ਇਹ ਬਖਸ਼ਿਸ਼ਾਂ ਵੇਖ ਕੇ ਖਿਝੇ ਤਾਂ ਵੀ ਪਰਮਾਤਮਾ ਆਪਣੀ ਬਖਸ਼ਿਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵੱਧਦੀ ਹੈ। ਐ ਜੀ ਗੁਰ ਕੀ ਦਾਤ ਨਾ ਮਿਟੈ, ਕੋਈ ਮੇਰਾ ਠਾਕੁਰ ਆਪ ਦਿਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਹੇ ਭਾਈ, ਪ੍ਰਭੂ ਦੀ ਸਿਫਤ ਸਲਾਹ ਗੁਰੂ ਦੀ ਦਿੱਤੀ ਹੋਈ ਦਾਤ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ। ਠਾਕੁਰ ਪ੍ਰਭੂ ਨੇ ਆਪ ਹੀ ਇਹ ਨਾਮ ਦੀ ਦਾਤ ਦਵਾਈ ਹੁੰਦੀ ਹੈ, ਜਿਨ੍ਹਾਂ ਨੂੰ ਵੀ ਦਵਾਈ ਹੁੰਦੀ ਹੈ। ਜਿਨ੍ਹਾਂ ਨਿੰਦਕਾਂ ਨੂੰ, ਭਗਤ ਜਨਾਂ ਨੂੰ ਦਿੱਤੀ ਹੋਈ ਗੁਰੂ ਦੀ ਦਾਤ ਪਸੰਦ ਨਹੀਂ ਆਉਂਦੀ ਤੇ ਉਹ ਭਗਤਾਂ ਦੀ ਨਿੰਦਾ ਕਰਦੇ ਨੇ, ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਦਿਸਦੇ ਨੇ, ਉਹਨਾਂ ਦੇ ਮੁੱਖ ਉੱਪਰ ਖਿੜਾਓ ਹੀ ਨਹੀਂ ਹੋਏਗਾ ਤੇ ਉਹ ਮੁੱਖ ਬੁਝਿਆ ਬੁਝਿਆ ਆਪਣੇ ਆਪ ਹੀ ਨਜ਼ਰ ਆਏਗਾ। ਜਦ ਅੰਦਰੋਂ ਸਾਡੀ ਮਾਨਸਿਕ ਅਵਸਥਾ ਠੀਕ ਨਾ ਹੋਵੇ ਤਾਂ ਸਾਡੇ ਚਿਹਰੇ ਦੇ ਉੱਪਰ ਉਸ ਅਵਸਥਾ ਦਾ ਅਸਰ ਸਾਫ਼ ਨਜ਼ਰ ਆਉਂਦਾ ਹੈ। ਖੁਦ ਨੂੰ ਸਾਨੂੰ ਨਜ਼ਰ ਆਵੇ ਭਾਵੇਂ ਨਾ ਆਵੇ, ਪਰ ਸਾਹਮਣੇ ਵਾਲੇ ਨੂੰ ਨਜ਼ਰ ਜ਼ਰੂਰ ਆ ਜਾਂਦਾ ਹੈ। ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮ ਨ ਅਦੁਆਰਾਈ। ਆਨੰਦ ਮੂਲ ਨਾਥ ਸਿਰ ਨਾਥਾਂ, ਸਤਿਗੁਰ ਮੇਲ ਮਿਲਾਈ। ਹੇ ਭਾਈ, ਜਿਹੜੇ ਮਨੁੱਖ ਪ੍ਰਭੂ ਦੀ ਸ਼ਰਨ ਪੈਂਦੇ ਹਨ, ਪ੍ਰਭੂ ਮਿਹਰ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਰਤਾ ਭਰ ਵੀ ਢਿੱਲ ਨਹੀਂ ਕਰਦਾ। ਉਹ ਪ੍ਰਭੂ ਆਤਮਿਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ। ਗੁਰੂ ਸ਼ਰਨ ਪਏ ਮਨੁੱਖ ਨੂੰ ਪਰਮਾਤਮਾ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਤੇ ਇਹ ਵੀ ਪਰਮਾਤਮਾ ਦੀ ਹੀ ਮਿਹਰ ਹੁੰਦੀ ਹੈ ਕਿ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ। ਜਦ ਤੱਕ ਪਰਮਾਤਮਾ ਦੀ ਮਿਹਰ ਸਾਡੇ ਤੇ ਨਾ ਹੋਵੇ, ਅਸੀਂ ਗੁਰੂ ਵੱਲ ਮੁੱਖ ਵੀ ਨਹੀਂ ਕਰਦੇ। ਐ ਜੀ ਸਦਾ ਦਇਆਲ ਦਇਆ ਕਰ ਰਵਿਆ, ਗੁਰਮਤਿ ਭ੍ਰਮਨ ਚੁਕਾਈ। ਪਾਰਸ ਭੇਟ ਕੰਚਨ ਧਾਤ ਹੋਈ, ਸਤ ਸੰਗਤ ਕੀ ਵਡਿਆਈ। ਹੇ ਭਾਈ, ਪਰਮਾਤਮਾ ਦਇਆ ਦਾ ਸੋਮਾ ਹੈ, ਸਭ ਜੀਵਾਂ ਉੱਤੇ ਸਦਾ ਦਇਆ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਉਸ ਪਰਮਾਤਮਾ ਨੂੰ ਸਿਮਰਦਾ ਹੈ, ਉਹ ਪਰਮਾਤਮਾ ਉਸ ਮਨੁੱਖ ਦੀ ਭਟਕਣਾ ਮਿਟਾ ਦਿੰਦਾ ਹੈ। ਜਿਵੇਂ ਲੋਹਾ ਆਦਿਕ ਧਾਤ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦੀ ਹੈ, ਤਿਵੇਂ ਸਾਧ ਸੰਗਤ ਵਿੱਚ ਵੀ ਇਹੀ ਬਰਕਤ ਹੈ। ਬੁਝੇ ਮਨ ਵਾਲਾ ਮਨੁੱਖ
ਸਾਧ ਸੰਗਤ ਦੇ ਵਿੱਚ ਜਦੋਂ ਜਾਂਦਾ ਹੈ ਉਹਦਾ ਮਨ ਖਿੜ ਜਾਂਦਾ ਹੈ। ਜੇ ਮਨ ਵਿੱਚ ਖੋਟ ਰੱਖਣ ਵਾਲਾ ਤੇ ਨਿੰਦਾ ਕਰਨ ਵਾਲਾ ਨਿੰਦਕ ਸਾਧ ਸੰਗਤ ਵਿੱਚ ਜੁੜਨ ਲੱਗ ਜਾਵੇ ਤੇ ਉਹਦੇ ਅੰਦਰੋਂ ਖੋਟ ਤੇ ਇਹ ਨਿੰਦਾ ਵਾਲਾ ਸੁਭਾਅ ਖਤਮ ਹੋ ਜਾਏਗਾ। ਉਹ ਵੀ ਪ੍ਰਮਾਤਮਾ ਦੀ ਭਗਤੀ ਦੀ ਲਿਵ ਦੇ ਵਿੱਚ ਲੱਗ ਜਾਏਗਾ। ਹਰ ਜਲ ਨਿਰਮਲ ਮਨ ਇਸ਼ਨਾਨੀ, ਮਜਨ ਸਤਗੁਰ ਪਾਈ। ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਪਰਮਾਤਮਾ ਮਾਨੋ ਪਵਿੱਤਰ ਜਲ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦਾ ਮਨ ਇਸ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਜੋਗਾ ਬਣ ਜਾਂਦਾ। ਜਿਸ ਮਨੁੱਖ ਨੂੰ ਆਪਣੇ ਮਨ ਵਿੱਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ ਇਸ ਪਵਿੱਤਰ ਜਲ ਵਿੱਚ ਚੁੰਬੀ ਲਾਂਦਾ ਹੈ। ਸਾਧ ਸੰਗਤ ਵਿੱਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, ਕਿਉਂਕਿ ਗੁਰੂ ਉਹਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ। ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਝ ਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। हे ਪ੍ਰਭੂ, ਤੂੰ ਸਭ ਤੋਂ ਵੱਡਾ ਹੈ, ਤੂੰ ਸਰਬ ਵਿਆਪਕ ਹੈ, ਤੂੰ ਅਪਹੁੰਚ ਹੈ। ਤੂੰ ਮਾਨੋ ਇੱਕ ਸ੍ਰੇਸ਼ਟ ਰੁੱਖ ਹੈ ਜਿਸ ਦੇ ਆਸਰੇ ਰਹਿਣ ਵਾਲੇ ਅਸੀਂ ਸਾਰੇ ਜੀਵ ਪੰਛੀ ਹਾਂ। हे ਨਿਰੰਜਨ ਪ੍ਰਭੂ, ਮੈਨੂੰ ਨਾਨਕ ਨੂੰ ਆਪਣਾ ਨਾਮ ਬਖਸ਼ ਤਾਂ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇਰੀ ਸਿਫਤ ਸਲਾਹ ਕਰਦਾ ਰਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 504 ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਸ ਪੂਰੇ ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਆਤਮਿਕ ਜੀਵਨ ਤੇ ਆਤਮਿਕ ਮੌਤ ਬਾਰੇ ਜਾਣਿਆ, ਸਮਝਿਆ। ਆਤਮਿਕ ਮੌਤ ਤੇ ਸਰੀਰਕ ਮੌਤ ਦੇ ਫਰਕ ਨੂੰ ਸਮਝਿਆ। ਅੱਜ ਵਾਲੀ ਵੀਡੀਓ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਵੀ ਸਮਝਾਇਆ ਕਿ ਅਸੀਂ ਪ੍ਰਮਾਤਮਾ ਦੇ ਨਾਲ ਜਦ ਲਿਵ ਜੋੜ ਲਈਏ ਤੇ ਜਮਰਾਜ ਦਾ ਸਾਡੀ ਆਤਮਿਕ ਜੀਵਨ ਦੇ ਉੱਪਰ ਜ਼ੋਰ ਚੱਲਣਾ ਹਟ ਜਾਂਦਾ ਹੈ। ਗੁਰੂ ਸਾਹਿਬ ਨੇ ਖੋਟੀ ਸੋਚ ਵਾਲੇ ਤੇ ਨਿੰਦਕਾਂ ਦੀ ਵੀ ਗੱਲ ਕੀਤੀ ਤੇ ਇਹ ਸਾਨੂੰ ਦੱਸਿਆ ਕਿ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਪਾਉਂਦੇ, ਬਲਕਿ ਖੁਦ ਦਾ ਹੀ ਨੁਕਸਾਨ ਕਰਦੇ ਨੇ। ਉਹਨਾਂ ਦੇ ਖੁਦ ਦੇ ਅੰਦਰੋਂ ਹੀ ਜੀਵਨ ਮਿਟਿਆ ਰਹਿੰਦਾ ਹੈ, ਉਹਨਾਂ ਦੇ ਖੁਦ ਦੇ ਅੰਦਰੋਂ ਹੀ ਖਿੜਾਓ ਖਤਮ ਹੋਇਆ ਰਹਿੰਦਾ ਹੈ। ਉਹ ਸਦਾ ਬੁਝੇ ਬੁਝੇ ਰਹਿੰਦੇ ਨੇ। ਕਾਰਨ ਇਹ ਹੈ ਕਿ ਉਹ ਆਪਣਾ ਬਹੁਤਾ ਸਮਾਂ ਦੂਸਰਿਆਂ ਦੇ ਜੀਵਨ ਵੱਲ ਵੇਖਣ ਵਿੱਚ ਹੀ ਲੰਘਾ ਦਿੰਦੇ ਨੇ, ਖੁਦ ਦੇ ਜੀਵਨ ਵੱਲ ਉਹ ਝਾਤੀ ਨਹੀਂ ਮਾਰਦੇ। ਸੋ ਆਓ ਕੋਸ਼ਿਸ਼ ਕਰੀਏ ਇਹਨਾਂ ਅਵਸਥਾਵਾਂ ਤੋਂ ਅਸੀਂ ਬਚ ਸਕੀਏ। ਆਪਣਾ ਧਿਆਨ ਅਸੀਂ ਆਪਣੇ ਜੀਵਨ ਦੇ ਉੱਪਰ, ਆਪਣੀ ਮਾਨਸਿਕ ਅਵਸਥਾ ਦੇ ਉੱਪਰ ਕੇਂਦਰਿਤ ਕਰ ਸਕੀਏ। ਖੁਦ ਨੂੰ ਜਾਣ ਸਕੀਏ, ਖੁਦ ਦੀਆਂ ਖੂਬੀਆਂ ਤੇ ਕਮੀਆਂ ਦੇ ਬਾਰੇ ਜਾਣੂ ਹੋ ਸਕੀਏ। ਖੂਬੀਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਸਕੀਏ, ਕਮੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਸਕੀਏ। ਇਸੇ ਹੀ ਬੇਨਤੀ ਦੇ ਨਾਲ ਅੱਜ ਦੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।